ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਵਿੱਚ ਪੰਕਤੀਆਂ ਨੇ ਜਾਂ ਪਹੁੰਚ ਰਹੀਆਂ ਹਨ। ਸਾਰੀਆਂ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਸੰਤ ਸੇਵਕ ਜਥੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਪ ਸਰਬਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਨਾਂ ਵਿੱਚ ਆਪ ਹਾਜ਼ਰੀਆਂ ਭਰ ਰਹੇ ਹੋ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਹੜੇ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦਾ ਸਰੂਪ ਹਨ। ਦੁਨੀਆ ਦੇ ਵਿੱਚ ਸਰੀਰ ਧਾਰਨ ਕਰਕੇ ਲੁਕਾਈ ਨੂੰ ਤਾਰਨ ਵਾਸਤੇ, ਦੁਨੀਆ ਨੂੰ ਤਾਰਨ ਵਾਸਤੇ ਪਰਮੇਸ਼ਰ ਵਾਹਿਗੁਰੂ ਨੇ ਨਾਨਕ ਦਾ ਸਰੂਪ ਧਾਰਨ ਕੀਤਾ। ਸਾਰੀ ਦੁਨੀਆ ਜਿਨ੍ਹਾਂ ਨੂੰ ਇੱਕ ਪਰਮੇਸ਼ਰ ਦੇ ਉਪਾਸਕ, ਇੱਕ ਪਰਮਾਤਮਾ ਦਾ ਨਾਮ ਜਪਣ ਦੀ ਪ੍ਰੇਰਣਾ ਸਾਰੀ ਲੋਕਾਈ ਨੂੰ, ਸਾਰੀ ਮਨੁੱਖਤਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦਿੱਤੀ। ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਅਨੁਸਾਰ ਦੁਨੀਆ ਦੇ ਵਿੱਚ ਭਾਰਤ ਵਰਸ਼ ਦੀ ਭੂਮੀ ਤੇ ਦੋ ਧਰਮ ਸਨ ਬਹੁਤ ਵੱਡੇ। ਇੱਕ ਮੁਸਲਮਾਨ ਮਤ, ਦੂਸਰਾ ਹਿੰਦੂ ਮਤ। ਮੁਸਲਮਾਨ ਮਤ ਦੀ ਅਗਵਾਈ ਕਰਨ ਵਾਲੇ ਕਾਜ਼ੀ ਲੋਕ, ਹਿੰਦੂ ਧਰਮ ਦੀ ਅਗਵਾਈ ਕਰਨ ਵਾਲੇ ਪੰਡਤ ਲੋਕ, ਬ੍ਰਾਹਮਣ ਲੋਕ। ਇੱਕ ਇਹਨਾਂ ਤੋਂ ਹੋਰ ਸਨ, ਉਹਨਾਂ ਨੂੰ ਹਿੰਦੂ ਵੀ ਮੰਨਦੇ ਸਨ ਤੇ ਮੁਸਲਮਾਨ ਵੀ। ਉਹਨਾਂ ਦਾ ਨਾਮ ਸੀ ਜੋਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਦੂਰ ਦ੍ਰਿਸ਼ਟੀ ਨਾਲ ਵੇਖਣਾ ਕੀਤਾ ਕਿ ਇਹ ਦੋ ਸਮਝ ਲਓ ਭਾਰਤ ਵਰਸ਼ ਦੀ ਭੂਮੀ ਦੇ ਇਹ ਦੋ ਸੋਮੇ ਨੇ ਜਿੱਥੋਂ ਧਾਰਮਿਕ ਰੂਪੀ ਜਲ ਨਿਕਲਦਾ। ਪਰ ਇਹ ਦੋਨੋਂ ਸੋਮੇ ਜਿਹੜੇ ਇਹ ਗੰਧਲੇ ਹੋ ਚੁੱਕੇ ਨੇ। ਜਿਸ ਬੋਰ ਦਾ ਪਾਣੀ ਜਿਹੜਾ ਖਰਾਬ ਹੋ ਜਾਵੇ, ਜਿਹੜਾ ਪੀਵੇਗਾ ਬਿਮਾਰ ਹੋਵੇਗਾ। ਇਸੇ ਤਰ੍ਹਾਂ ਹੀ ਦੋ ਸੋਮੇ ਸਨ ਜਿਨ੍ਹਾਂ ਤੋਂ ਲੋਕਾਈ ਨੂੰ ਸੇਧ ਮਿਲਦੀ ਸੀ, ਜੀਵਨ ਜਾਚ ਸਿਖਾਈ ਜਾਂਦੀ ਸੀ, ਮਿਲਦੀ ਸੀ। ਇਹਨਾਂ ਦੋਵਾਂ ਨੇ ਆਪੋ ਆਪਣੇ ਜਿਹੜੇ ਧਰਮ ਸਨ ਤਿਆਗ ਦਿੱਤੇ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹਨਾਂ ਦੋਵਾਂ ਨੂੰ, ਤੀਸਰੇ ਜੋਗੀਆਂ ਨੂੰ ਗਲੇਵੇ ਵਿੱਚ ਲਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਾਦੀ ਕੂੜ ਬੋਲ ਮਲ ਖਾਏ, ਕਾਦੀ ਨਾਮ ਕਾਜੀ ਦਾ। ਇਹ ਝੂਠ ਬੋਲ ਕੇ, ਵੱਢੀ ਲੈ ਕੇ ਹੱਕ ਗਵਾਈ, ਫੈਸਲਾ ਦੂਜੇ ਦੇ ਹੱਕ ਵਿੱਚ ਕਰ ਦੇਣਾ, ਲੁਕਾਈ ਨੂੰ ਪਬਲਿਕ ਨੂੰ ਇਹ ਖਾ ਰਹੇ ਸਨ। ਮੁਸਲਮਾਨ ਧਰਮ ਦੀ ਅਗਵਾਈ ਕਰਨ ਵਾਲੇ ਕਾਜ਼ੀ ਲੋਕ, ਹਿੰਦੂ ਸਮਾਜ ਦੀ ਅਗਵਾਈ ਕਰਨ ਵਾਲੇ ਬ੍ਰਾਹਮਣ, ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇਂ ਜੀਆਂ ਕਾਏ।
ਜਿਹੜੇ ਬ੍ਰਾਹਮਣ ਸਨ, ਪਹਿਲਾਂ ਸਾਰਾ ਹਿੰਦੁਸਤਾਨ ਫੁੱਲ ਤਾਰਨ ਜਾਇਆ ਕਰਦਾ ਹਰਿਦੁਆਰ। ਉਹਨਾਂ ਨੇ ਆਪਣੀ ਫੀਸ ਬੰਨੀ ਹੋਈ ਸੀ ਕਿ ਮੁਕਤੀ ਕਿੰਨੇ ਦੀ ਕਰਾਉਣੀ ਆ। 500 ਦੀ ਮੁਕਤੀ ਕਰਾਉਣੀ ਆ, 1000 ਦੀ ਜਾਂ 1500 ਦੀ। ਇਹ ਹੁਣ ਵੀ ਉੱਥੇ ਪ੍ਰਥਾ ਕਿ ਮੁਕਤੀ ਕਿੰਨੇ ਦੀ ਕਰਾਉਣੀ ਆ। ਇਹ ਜੀਆਂ ਦੇ ਨਾਮ ਤੇ, ਮਰ ਗਏ ਹੋਏ ਲੋਕਾਂ ਦੇ ਨਾਮ ਦੇ ਉੱਪਰ ਦੁਨੀਆ ਨੂੰ ਲੁੱਟ ਖਾ ਰਹੇ ਸਨ। ਇਹ ਮੈਂ ਨਹੀਂ ਕਹਿੰਦਾ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਨੇ। ਬ੍ਰਹਮਣ ਨਾਵੈ ਜੀਆਂ ਘਾਏ, ਤੀਸਰੇ ਆ ਗਏ ਜੋਗੀ। ਜਿੱਥੋਂ ਕੁਝ ਆਸ ਸੀ ਮਾੜੀ ਮੋਟੀ ਲੋਕਾਂ ਨੂੰ, ਮਹਾਰਾਜ ਕਹਿੰਦੇ ਜੋਗੀ ਜੁਗਤ ਨਾ ਜਾਣੈ ਅੰਧ, ਤਿੰਨੇ ਉਜਾੜੇ ਕਾ ਬੰਦ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੋਗੀ ਜਿਹੜੀ ਪਹਾੜਾਂ ਦੀਆਂ ਕੰਦਰਾਂ ਵਿੱਚ ਵੜ ਗਏ, ਜਿੱਥੋਂ ਲੁਕਾਈ ਨੂੰ ਮਾੜੀ ਮੋਟੀ ਸੇਧ ਮਿਲਣੀ ਸੀ। ਜਿਵੇਂ ਅੱਜ ਕੱਲ੍ਹ ਦਾ ਸਮਾਂ ਚੱਲ ਰਿਹਾ ਹੈ, ਸਾਧ ਸੰਗਤ 'ਚ ਔਖੇ ਹੋ ਕੇ ਸੁਣ ਲਿਓ, ਪਰ ਜਿੰਨੇ ਵੀ ਇਹ ਹਿੰਦੁਸਤਾਨ ਦੀ ਧਰਤੀ ਤੇ ਖਾਸ ਕਰਕੇ ਬਾਬੇ ਨੇ ਨਾ ਸਾਡੇ ਵਰਗੇ, ਇਹਨਾਂ ਦੇ ਸਾਰਿਆਂ ਦੇ ਮੂੰਹ ਬੰਦ ਹੋਏ ਪਏ ਨੇ। ਕਿਸੇ ਦਾ ਬਿਆਨ ਨਹੀਂ ਆਉਂਦਾ ਕਿਸਾਨਾਂ ਪ੍ਰਤੀ। ਕੋਈ ਜਾਗਦਾ ਹੈ, ਕੋਈ ਵਿਰਲਾ। ਕਿ ਹਿੰਦੁਸਤਾਨ ਦੀ ਸਰਕਾਰ ਬਿਲਕੁਲ ਗਲਤ ਕਰ ਰਹੀ ਹੈ। ਬੁਲੰਦ ਆਵਾਜ਼ ਨਾਲ ਕੋਈ ਬੋਲਣ ਵਾਲਾ ਨਹੀਂ, ਤੇ ਸਾਰੇ ਜੋਗੀਆਂ ਵਰਗੇ ਹੋਏ ਪਏ ਨੇ। ਤਿੰਨੇ ਉਜਾੜੇ ਦਾ ਬੰਦ, ਜਿੱਥੋਂ ਸਾਰੀ ਦੁਨੀਆ, ਸਾਰਾ ਹਿੰਦੁਸਤਾਨ, ਜੀਵ ਜਨੌਰ ਜਿਸ ਖੇਤ ਦੀ ਬੀਜੀ ਹੋਈ ਫਸਲ, ਜਿਸ ਜ਼ਿਮੀਂਦਾਰ ਦੀ ਬੀਜੀ ਹੋਈ ਫਸਲ ਨੂੰ ਖਾ ਰਹੇ ਨੇ, ਫਿਰ ਉੱਥੇ ਨਾ ਬੋਲਣਾ ਇਹ ਇਨਸਾਨੀਅਤ ਨਹੀਂ ਹੈ। ਠੀਕ ਹੈ, ਕੁਝ ਫਰਕ ਪਵੇ ਭਾਵੇਂ ਨਾ ਪਵੇ, ਪਰ ਅੰਦਰੋਂ ਜ਼ਮੀਰ ਜਾਗਣੀ ਚਾਹੀਦੀ ਹੈ ਇਨਸਾਨ ਨੂੰ। ਰਹੋ ਵਿਚਾਰ, ਇਹੀ ਹਾਲਾਤ ਜਿਹੜੇ ਹੁਣ ਨੇ ਨਾ, ਇਹੀ ਹਾਲਾਤ ਉਦੋਂ ਜੋਗੀਆਂ ਦੇ ਸਨ। ਜਿੱਥੋਂ ਪਬਲਿਕ ਨੂੰ ਕੁਝ ਆਸ ਸੀ ਨਾ ਕਿ ਨਾਮ ਬਾਣੀ ਪਰਮੇਸ਼ਰ ਦਾ ਭਜਨ ਜਿੱਥੋਂ ਸਿੱਖਣਾ ਸੀ, ਮਾਰਗ ਰਸਤਾ ਲੈਣਾ ਸੀ, ਉਹ ਬਸ ਪਹਾੜਾਂ ਦੀਆਂ ਕੰਦਰਾਂ ਵਿੱਚ ਜਾ ਕੇ ਲੁਕ ਕੇ ਬਹਿ ਗਏ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਵੇਖਣਾ ਕੀਤਾ ਕਿ ਜਿੱਥੋਂ ਸੇਧ ਮਿਲਣੀ ਸੀ, ਉਹ ਜੋਗੀ ਜਨ ਵੀ ਹੈ ਨਹੀਂ ਇੱਥੇ ਧਰਤੀ ਦੇ ਉੱਪਰ, ਪਹਾੜਾਂ ਦੀਆਂ ਕੰਦਰਾਂ ਵਿੱਚ ਲੁਕੇ ਹੋਏ ਨੇ। ਫਿਰ ਮਹਾਰਾਜ ਕਹਿੰਦੇ ਜੋਗੀ ਜੁਗਤ ਨ ਜਾਣੈ ਅੰਧ, ਤਿੰਨੇ ਉਜਾੜੇ ਦਾ ਬੰਦ। ਉਜਾੜਾ ਕਿੱਥੇ ਪੈਂਦਾ ਹੁੰਦਾ? ਜਿਸ ਖੇਤ ਦਾ ਰਖਵਾਲਾ ਕੋਈ ਨਾ ਹੋਵੇ, ਜਿਹੜੀ ਖੇਤੀ ਨੂੰ ਸਾਰੇ ਪਸ਼ੂ ਚਰ ਜਾਣ, ਆਪਾਂ ਕਹਿ ਦੇਣਾ ਖੇਤੀ ਉਜਾੜ ਦਿੱਤੀ ਹੈ, ਉਜਾੜਾ ਹੋ ਗਿਆ ਇਹਦਾ। ਏਡਾ ਵੱਡਾ ਰਹਿਬਰ ਗੁਰੂ ਨਾਨਕ ਪਾਤਸ਼ਾਹ ਇਹ ਬਚਨ ਕਹਿ ਰਹੇ ਨੇ ਕਿ ਤਿੰਨੇ ਉਜਾੜੇ ਦਾ ਬੰਦ ਨੇ। ਇਹਨਾਂ ਨੇ ਹਿੰਦੁਸਤਾਨ ਨੂੰ ਉਜਾੜ ਕੇ ਰੱਖ ਦਿੱਤਾ, ਤਿੰਨਾਂ ਨੇ ਹਿੰਦੁਸਤਾਨ ਦੀ ਲੁਕਾਈ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਬਾਣੀ ਵਿੱਚ ਦਰਜ ਨੇ ਬਾਬੇ ਦੇ ਬਚਨ ਗੁਰੂ ਨਾਨਕ ਸਾਹਿਬ ਦੇ, ਪਰ ਆਪਾਂ ਨਾ ਪੜ੍ਹਦੇ ਆ ਨਾ ਵਿਚਾਰ ਕਰਦੇ ਆ। ਰਹੋ ਵਿਚਾਰ, ਤਿੰਨੇ ਉਜਾੜੇ ਦਾ ਬੰਦ। ਅੱਗੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਉਜਾੜੇ ਦਾ ਬੰਦ ਨੇ। ਸਭ ਪਬਲਿਕ ਨੂੰ, ਦੁਨੀਆ ਨੂੰ ਖਾਣ ਵਾਲੇ, ਰਿਸ਼ਵਤ ਖਾਣ ਵਾਲੇ, ਮਰੇ ਹੋਏ ਜੀਵਾਂ ਦਾ ਪੈਸਾ ਖਾਣ ਵਾਲੇ ਬ੍ਰਾਹਮਣ ਲੋਕ। ਕੋਈ ਬੈਠਾ ਨਾ ਹੋਵੇ, ਮਾਫੀ ਪਹਿਲਾਂ ਮੰਗ ਲਵਾਂ, ਇਹ ਗੁਰੂ ਨਾਨਕ ਦੇ ਬਚਨ ਕਹਿਣੇ ਪੈਂਦੇ ਆ ਉਹਨਾਂ ਸਮਿਆਂ ਅਨੁਸਾਰ। ਮਰੇ ਹੋਏ ਜੀਵਾਂ ਦਾ ਪੈਸਾ ਖਾਣ ਵਾਲੇ, ਉਹਨਾਂ ਦੇ ਨਾਮ ਤੇ ਖਾਣ ਵਾਲੇ।
ਗੁਰੂ ਨਾਨਕ ਕਹਿੰਦੇ ਤਿੰਨਾਂ ਨੇ ਉਜਾੜਾ ਕੀਤਾ ਹੋਇਆ ਹਿੰਦੁਸਤਾਨ ਦਾ, ਇੱਕ ਵੀ ਇਹਨਾਂ ਚੋਂ ਸਿਆਣਾ ਨਹੀਂ ਹੈ। ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਟੁੱਟੀ ਹੋਈ ਲੁਕਾਈ ਨੂੰ ਇੱਕ ਮਾਰਗ ਦੱਸਣਾ ਕੀਤਾ, ਜਿਹੜਾ ਸੁਖਾਲਾ ਮਾਰਗ। ਸਿੱਖ ਨੂੰ ਕਿਸੇ ਵੀ ਚੀਜ਼ ਦਾ ਤਿਆਗ ਨਹੀਂ ਦੱਸਿਆ ਗੁਰੂ ਨਾਨਕ ਨੇ। ਘਰ ਬਾਹਰ ਨਹੀਂ ਤਿਆਗਣਾ, ਧੀਆਂ ਪੁੱਤਰ ਨਹੀਂ ਤਿਆਗ ਕੇ ਜੰਗਲਾਂ ਵਿੱਚ ਜਾਣਾ, ਸੰਬੰਧੀਆਂ ਦਾ ਤਿਆਗ ਨਹੀਂ ਕਰਨਾ, ਪਦਾਰਥਾਂ ਦਾ ਮਾਇਆ ਦਾ ਤਿਆਗ ਨਹੀਂ ਕਰਨਾ, ਚਾਹੀਦੀ ਹੈ ਲੋੜ ਅਨੁਸਾਰ। ਕਹੋ ਕਬੀਰ ਜਿਸ ਉਦਰ ਤਿਸ ਮਾਇਆ, ਜਿਹਨੂੰ ਪੇਟ ਲੱਗਾ ਬਾਣੀ ਕਹਿੰਦੀ ਉਹਨੂੰ ਪਦਾਰਥ ਦੀ ਹਰੇਕ ਚੀਜ਼ ਦੀ ਜ਼ਰੂਰਤ ਹੈ। ਜਿੰਨਾ ਚਿਰ ਦੁਨੀਆ ਨਾਲ ਸੰਸਾਰ ਨਾਲ ਜੁੜ ਕੇ ਰਹੇਗਾ, ਵੱਡੇ ਤੋਂ ਵੱਡਾ ਸੰਤ ਕਿਉਂ ਵੀ ਨਾ ਹੋਵੇ, ਪਰ ਜਿੰਨਾ ਚਿਰ ਇਹ ਦੁਨੀਆ ਨਾਲ ਜੁੜ ਕੇ ਰਹੇਗਾ ਕਿਸੇ ਨਾ ਚੀਜ਼ ਦੀ ਉਹਨੂੰ ਜ਼ਰੂਰਤ ਹੈ। ਇਹ ਬਾਣੀ ਇਸ ਗੱਲ ਦੀ ਅਗਵਾਈ ਭਰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਸੇ ਵੀ ਚੀਜ਼ ਦਾ ਤਿਆਗ ਨਹੀਂ ਦੱਸਣਾ ਕੀਤਾ। ਬਸ ਤਿਆਗ ਹੈ ਤੇ ਹਉਮੈ ਦਾ ਤੇ ਹੰਕਾਰ ਦਾ, ਦੁਈ ਦਵੈਸ਼ ਦਾ। ਪਦਾਰਥਾਂ ਦਾ ਤਿਆਗ ਨਹੀਂ, ਧੀਆਂ ਪੁੱਤਰਾਂ ਦਾ ਤਿਆਗ ਨਹੀਂ, ਜ਼ਮੀਨ ਜਾਇਦਾਦ ਦਾ ਤਿਆਗ ਨਹੀਂ, ਘਰ-ਬਾਰ ਦਾ ਤਿਆਗ ਨਹੀਂ। ਹੈ ਸੰਦਿਆਂ ਖਿਲੰਦਿਆਂ ਪੈ ਲੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਮਹਾਰਾਜ ਕਹਿੰਦੇ ਛੱਡ ਕੇ ਕਿੱਥੇ ਜਾਏਗਾ। ਇਹ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਰੀ ਦੁਨੀਆ ਨੂੰ, ਸਾਰੀ ਲੋਕਾਈ ਨੂੰ ਇੱਕ ਮਾਰਗ ਦੱਸਣਾ ਕੀਤਾ। ਉਹ ਮਾਰਗ ਦਾ ਨਾਮ ਹੈ ਨਾਨਕ ਨਾਮ। ਉਹ ਮਾਰਗ ਦਾ ਨਾਮ ਹੈ ਸਿੱਖ ਮਾਰਗ। ਕਿ ਸਿੱਖਣਾ ਇਹਨੇ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਸਿੱਖ ਨੇ। ਉਸ ਮਾਰਗ ਦਾ ਨਾਮ ਹੈ ਨਿਰਮਲ ਪੰਥ। ਉਸ ਮਾਰਗ ਦਾ ਨਾਮ ਹੈ ਸਿੱਖ ਧਰਮ। ਉਸ ਮਾਰਗ ਦਾ ਨਾਮ ਹੈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਸਿੱਖ ਨੂੰ ਤਬਦੀਲ ਕਰ ਦਿੱਤਾ। ਗੁਰੂ ਸੰਗਤ ਕੀਨੀ ਖਾਲਸਾ ਮਨ ਮੁਖੀ ਦੋਹਿਲਾ। ਇਹ ਨਿਰਮਲ ਪੰਥ ਨੂੰ, ਇਹ ਸਿੱਖ ਪੰਥ ਨੂੰ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਖਾਲਸੇ ਪੰਥ ਵਿੱਚ ਤਬਦੀਲ ਕਰ ਦਿੱਤਾ। ਇਸ ਕਰਕੇ ਇਹ ਨਿਰਮਲ ਪੰਥ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਿਹੜੀਆਂ ਸਰਕਾਰਾਂ ਕਹਿੰਦੀਆਂ ਨੇ ਸਿੱਖ ਹੈ ਜਿਹੜਾ ਇਹ ਵੱਖਰਾ ਨਹੀਂ ਹੈ। ਜੇ ਸਿੱਖ ਕੇਸ ਕਰ ਦੇਣ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਵਿੱਚ, ਇਹ ਭਾਈ ਗੁਰਦਾਸ ਦੀ ਬਾਣੀ ਦੀ ਅਗਵਾਈ ਦੇਣ ਜਾ ਕੇ ਤੇ ਕੇਸ ਜਿੱਤਿਆ ਜਾਵੇਗਾ। ਇਹ ਸਿੱਖ ਕੌਮ ਹੈ ਜਿਹੜੀ, ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਹੀ ਇਹਦਾ ਰਸਤਾ ਵੱਖਰਾ, ਇਹਦੀ ਮਰਿਆਦਾ ਵੱਖਰੀ, ਇਹਨਾਂ ਦੇ ਗ੍ਰੰਥ ਵੱਖਰੇ, ਇਹਨਾਂ ਦਾ ਨਿਸ਼ਾਨ ਵੱਖਰਾ, ਇਹਨਾਂ ਦੇ ਚਿੰਨ੍ਹ ਵੱਖਰੇ, ਇਹਨਾਂ ਦੇ ਸ਼ਸਤਰ ਵੱਖਰੇ ਸਿੱਖ ਕੌਮ ਦੇ, ਤੇ ਸਾਧ ਸੰਗਤ ਇਹਨਾਂ ਦੀ ਮਰਿਆਦਾ ਵੱਖਰੀ। ਦੁਨੀਆ ਤੋਂ ਨਿਆਰਾ ਪੰਥ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਖ ਕੌਮ ਵੱਖਰੀ ਹੋ ਗਈ, ਉਹਦੇ ਤੋਂ ਹੋਂਦ ਵਿੱਚ ਆ ਗਈ। ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਧਰਮ ਦਾ ਰਸਤਾ, ਧਰਮ ਦਾ ਮਾਰਗ, ਸੁਖਾਇਨ ਮਾਰਗ, ਜਿਹੜਾ ਘਰ ਵਿੱਚ ਰਹਿੰਦਿਆਂ, ਬੱਚਿਆਂ ਵਿੱਚ ਰਹਿੰਦਿਆਂ, ਗ੍ਰਸਤੀ ਹੁੰਦਿਆਂ, ਸਾਧ ਸੰਗਤ ਇਹ ਪਦਾਰਥਾਂ ਵਿੱਚ ਰਹਿੰਦਿਆਂ, ਉਹ ਮਾਰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚਲਾਉਣਾ ਕੀਤਾ। ਔਰ ਸਾਰੀ ਰਸਨਾ ਦੁਆਰਾ ਪੜ੍ਹਨਾ ਕਰੀਏ। ਨਾਨਕ ਨਾਮ ਸੁਖਾਲਾ ਕਲ ਯੁਗ, ਨਾਨਕ ਨਾਮ ਸੁਖਾਲਾ, ਨਾਨਕ ਨਾਮ ਸੁਖਾਲਾ ਕਲ ਯੁਗ, ਨਾਨਕ ਨਾਮ ਸੁਖਾਲਾ।
ਨਾਨਕ ਨਾਮ ਸੁਖਾਲਾ। ਇਹ ਸੁਖੈਨ ਮਾਰਗ ਸਿੱਧਾ ਰਸਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਾਰੀ ਦੁਨੀਆ ਨੂੰ, ਸਾਰੀ ਲੋਕਾਈ ਨੂੰ ਦਰਸ਼ਨਾ ਕੀਤਾ। ਆਓ ਸਾਧ ਸੰਗਤ, ਹੁਣ ਜ਼ਿਆਦਾ ਸਮਾਂ ਨਹੀਂ ਹੈ, ਸ੍ਰੀ ਅਨੰਦ ਸਾਹਿਬ ਦੀ ਬਾਣੀ ਦੇ ਜਾਪ ਸਰਵਣ ਕਰੀਏ। ਭੁੱਲ ਚੁੱਕ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਨਾਮ 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 ਜੀ।
ਚਰਣੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆ। ਵਾਹਿਗੁਰੂ ਜੀ